Welcome to Victor's Knowledge. This is Chinu Sharma, and today we are going to discuss a very and basic topic from our subject Computer Knowledge and Digital Awareness. So ਜਿਹੜਾ upcoming ਪੰਜਾਬ ਸਬ ਇੰਸਪੈਕਟਰ ਦਾ ਐਗਜ਼ਾਮ ਆਉਣ ਵਾਲਾ ਤੁਹਾਨੂੰ ਪਤਾ ਹੈ ਕਿ ਮੈਂ ਉਹਦੇ ਨਾਲ ਰਿਲੇਟਡ ਹੀ 1 by 1 ਸਾਰੇ ਟੌਪਿਕਸ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਸੋ ਅੱਜ ਆਪਾਂ ਫੰਡਾਮੈਂਟਲਸ ਆਫ ਕੰਪਿਊਟਰ ਦਾ ਜਿਹੜਾ ਟੌਪਿਕ ਹੈ ਉਹ ਕਵਰ ਕਰਾਂਗੇ। And before starting, I want to share something very important with you guys. So मेरे अपने handwritten notes है। पहला मैं थोड़े नाल history ਦੇ notes share ਕੀਤੇ ਸੀ। So ਹੁਣ ਅੱਜ मैं थोड़े नाल कुछ notes share ਕਰਨ ਜਾ ਰਹੀ ਹਾਂ। So कुछ notes geography of ਪੰਜਾਬ ਦੇ ਨੇ, ਤੁਸੀਂ ਦੇਖ ਸਕਦੇ ਹੋ। ਮੈਂ ਨਾਲ ਉਹਦੇ topics mention ਕਰਤੇ ਨੇ so that ਜੇ ਤੁਹਾਨੂੰ specifically ਕੋਈ topic related notes ਚਾਹੀਦੇ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। We can negotiate accordingly. ਐਂਡ ਬਾਕੀ ਜੇ ਤੁਸੀਂ ਪੂਰੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਵੀ ਰੇਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ। ਸੋ ਮੇਰੇ ਇਹ ਨੋਟਸ ਦੇ ਵਿੱਚ ਜੀਓਗ੍ਰਾਫੀ ਆਫ ਇੰਡੀਆ ਦੇ ਨੋਟਸ ਨੇ ਤੇ ਉਹਦੇ ਅੰਦਰ ਜਿਹੜੇ ਵੀ ਮੇਰੇ ਟੌਪਿਕ ਮੈਂਸ਼ਨ ਕੀਤੇ ਨੇ ਇਹ ਸਾਰੇ ਟੌਪਿਕਸ ਇਨਕਲੂਡਡ ਨੇ, NCERT ਬੇਸਡ ਨੇ। ਤੇ ਜਿਹੜਾ ਹੈਂਡ ਰਿਟਨ ਨੋਟਸ ਨੇ ਪੰਜਾਬ ਜੀਓਗ੍ਰਾਫੀ ਦੇ ਉਹਦੇ ਵਿੱਚ ਮੈਂ ਲੇਟੈਸਟ ਜੋ ਵੀ ਪ੍ਰੋਟੈਕਟਡ ਏਰੀਆਜ਼ ਦਾ ਡੇਟਾ ਹੁੰਦਾ ਹੈ, ਕੋਈ ਨਵੀਆਂ ਵੈਟਲੈਂਡ ਵਗੈਰਾ ਜੋ ਰੀਸੈਂਟ ਐਡ ਹੋਏ ਨੇ ਉਹਨਾਂ ਦੀ ਪੂਰੀ ਡਿਟੇਲ, ਸੋ ਮੈਂ ਸਭ ਕੁਝ ਅਪਡੇਟ ਕਰਕੇ ਹੀ ਨੋਟਸ ਤਿਆਰ ਕੀਤੇ ਹੋਏ ਨੇ। ਬਾਕੀ ਇੱਕ ਹੋਰ ਨੋਟਸ ਦੇ ਵਿੱਚ ਕੰਪਿਊਟਰ ਅਵੇਅਰਨੈਸ ਦੇ ਬਹੁਤ ਹੀ ਜ਼ਿਆਦਾ ਵਧੀਆ ਹਰ ਏਰੀਆ ਨੂੰ ਟੱਚ ਕਰਕੇ ਮੈਂ ਪੁਆਇੰਟਰ ਫਾਰਮ ਦੇ ਵਿੱਚ ਨੋਟਸ ਬਣਾਏ ਹੋਏ ਨੇ। ਸੋ ਤੁਸੀਂ ਇਹ ਨੋਟਸ ਵੀ ਲੈ ਸਕਦੇ ਹੋ, ਤੁਸੀਂ ਦੇਖ ਸਕਦੇ ਹੋ। ਸੋ ਇਹ ਗਲਿੰਪਸ ਹੈ ਥੋੜਾ ਜਿਹਾ ਮੇਰੇ ਨੋਟਸ ਦਾ, ਰਿਵਰਸ ਵਗੈਰਾ ਪੰਜਾਬ ਜੀਓਗ੍ਰਾਫੀ ਦੀ ਸਾਰੀ ਗੱਲ ਕੀਤੀ ਹੋਈ ਹੈ। ਬਾਕੀ ਮੈਂ ਤੁਹਾਨੂੰ ਜਿਹੜੇ ਨੋਟਸ ਹੈ ਸਿਰਫ 300 ਰੁਪੀਸ ਦੇ ਵਿੱਚ ਦੇ ਰਹੀ ਹਾਂ। ਤੇ ਜਿਹੜੇ ਮੇਰੇ ਇਕਨੋਮਿਕਸ ਤੇ ਇੰਡੀਅਨ ਇਕਨੋਮੀ ਦੇ ਕੁਝ ਹੈਂਡ ਰਿਟਨ ਨੋਟਸ ਹੈ ਉਹ ਨੋਟਸ ਮੈਂ ਨਾਲ ਤੁਹਾਨੂੰ ਬਿਲਕੁਲ ਫ੍ਰੀ ਦੇ ਰਹੀ ਹਾਂ, ਕੰਪਲੀਮੈਂਟਰੀ ਦੇ ਰਹੀ ਹਾਂ। ਬਾਕੀ ਤੁਸੀਂ ਜੇ ਮੇਰੇ ਹਿਸਟਰੀ ਵਾਲੇ ਨੋਟਸ ਬਾਏ ਕਰਨੇ ਨੇ ਤਾਂ ਇਹਨਾਂ ਦਾ ਰੇਟ ਸਿਰਫ 200 ਰੁਪੀਸ ਹੀ ਹੈ। ਐਂਡ ਤੁਹਾਡੇ ਲਈ ਮੈਂ ਇੱਕ ਸਪੈਸ਼ਲ ਆਫਰ ਲੈ ਕੇ ਆਈ ਹਾਂ। ਸੋ ਜੇ ਤੁਸੀਂ ਮੇਰੇ ਦੋਨੋਂ ਨੋਟਸ ਬਾਏ ਕਰਨੇ ਨੇ, ਜੀਓਗ੍ਰਾਫੀ ਆਫ ਪੰਜਾਬ, ਜੀਓਗ੍ਰਾਫੀ ਆਫ ਇੰਡੀਆ, ਇੰਡੀਅਨ ਇਕਨੋਮੀ, ਕੰਪਿਊਟਰ ਅਵੇਅਰਨੈਸ ਐਜ਼ ਵੈਲ ਐਜ਼ ਹਿਸਟਰੀ, ਤਾਂ ਟੋਟਲ ਆਫਰ ਪ੍ਰਾइस है सिर्फ 400 रुपीज। Let's move to our first topic. So what is a computer? Computer है की कहते कंप्यूटर ਇਹ ਜਿਹਾ डिवाइस है, ਇਹ ਜਿਹਾ इलेक्ट्रॉनिक डिवाइस है ਜਿਹਦੇ ਅੰਦਰ ਤੁਸੀਂ ਕੋਈ डेटा ਪਾਓ, ਉਸ डेटा ਨੂੰ ਆਪਣੇ ਅੰਦਰ एक्सेप्ट करके प्रोसेस करके ਉਹਨੂੰ ਇੱਕ फायदेमंद इन्फॉर्मेशन ਦੇ ਵਿੱਚ ਤਬਦੀਲ ਕਰਦਾ है। So computer एक ऐसा electronic device है that accept data and processes it into a useful information. There are two main aspects. Computer ਦੇ ਦੋ main aspects ਨੇ, ਦੋ main ਕੰਮ ਕਰਦਾ ਹੈ। ਚੀਜ਼ਾਂ ਨੂੰ ਅੰਦਰ ਲੈ ਕੇ ਆਉਂਦਾ ਜਿਹਨੂੰ ਆਪਾਂ ਕਹਿੰਦੇ ਆ data input, ਜਿਹੜੀ ਚੀਜ਼ ਆਪਾਂ ਨੂੰ ਬਦਲੇ ਵਿੱਚ information provide ਕਰਦਾ ਉਹਨੂੰ ਆਪਾਂ ਕਹਿੰਦੇ ਆ output। ਸੋ ਡੇਟਾ ਵੀ ਐਂਟਰ, ਜੋ ਵੀ ਆਪਾਂ ਡੇਟਾ ਐਂਟਰ ਕਰਦੇ ਆ ਪਾਉਂਦੇ ਆ ਕੰਪਿਊਟਰ 'ਚ, that is called input. ਇਨਪੁਟ ਬੇਸਿਕਲੀ ਕੀ ਹੁੰਦਾ ਹੈ, ਇਹ ਕੁਝ ਕੱਚੇ ਫੈਕਟਸ ਹੁੰਦੇ ਨੇ ਜਿਹੜੇ ਸਿਸਟਮ ਪ੍ਰੋਸੈਸ ਕਰਕੇ ਉਹਨਾਂ ਨੂੰ raw ਫੈਕਟਸ ਨੂੰ ਆਪਣੇ ਕੋਲ ਇੱਕ ਸਹੀ ਯੂਜ਼ਫੁਲ ਇਨਫੋਰਮੇਸ਼ਨ ਦੇ ਵਿੱਚ ਬਦਲ ਕੇ ਆਪਾਂ ਨੂੰ ਵਾਪਸ ਰਿਟਰਨ ਕਰਦਾ ਆਊਟਪੁੱਟ ਦੀ ਫਾਰਮ 'ਚ। So input basically is a raw fact for which we want the system to process and gives us an outcome. The answer that computer provides in return of raw data entered is called output. ਆਪਾਂ ਕੰਪਿਊਟਰ ਦੇ ਵਿੱਚ ਕੋਈ ਵੀ ਚੀਜ਼ ਪਾਉਂਦੇ ਆ, ਕੁਝ ਲਿਖਦੇ ਆ, ਕੁਝ ਸਰਚ ਕਰਦੇ ਆ, ਉਹ ਕੰਪਿਊਟਰ ਆਪਾਂ ਨੂੰ ਸਹੀ ਜ਼ਰੂਰਤ ਵਾਲੀ ਜੋ ਆਪਾਂ ਨੂੰ ਇਨਫੋਰਮੇਸ਼ਨ ਦੀ ਲੋੜ ਹੈ ਉਹਨੂੰ ਪ੍ਰੋਸੈਸ ਕਰਕੇ ਆਪਣੇ ਸਾਹਮਣੇ ਰੱਖਦਾ ਹੈ। ਸੋ ਜੋ ਚੀਜ਼ ਆਪਣੇ ਸਾਹਮਣੇ ਆਉਂਦੀ ਹੈ, ਰਿਜ਼ਲਟ ਹੈ ਜੋ, ਉਹ ਹੈ ਆਊਟਪੁੱਟ। ਜੋ ਚੀਜ਼ ਆਪਾਂ ਐਂਟਰੀ ਕਰ ਰਹੇ ਹਾਂ ਉਹ ਹੈ ਇਨਪੁੱਟ। ਦੈਨ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਕੰਪਿਊਟਰ ਦਾ ਜਨਮ ਕਿੱਥੋਂ ਹੋਇਆ, ਐਵੋਲੂਸ਼ਨ ਕਿੱਥੋਂ ਸਟਾਰਟ ਹੋਇਆ। ਸੋ ਕਹਿੰਦੇ ਸਟਾਰਟਿੰਗ ਵਿੱਚ ਜਿਹੜੇ ਕੰਪਿਊਟਰ ਸੀ ਬਹੁਤ ਹੀ ਜ਼ਿਆਦਾ ਵੱਡੇ ਹੁੰਦੇ ਸੀ, ਈਵਨ ਇੱਕ ਪੂਰੇ ਕਮਰੇ ਜਿੱਡੇ ਕੰਪਿਊਟਰ ਹੁੰਦੇ ਸੀ। ਸੋ ਬਹੁਤ ਕੰਪਲਿਕੇਟ ਸੀ ਉਹਨਾਂ ਨੂੰ ਮੈਨੇਜ ਕਰਨਾ, ਬਹੁਤ ਔਖਾ ਸੀ ਉਹਨਾਂ ਨੂੰ ਸੰਭਾਲ ਕੇ ਰੱਖਣਾ। ਸੋ ਦ ਕੰਪਿਊਟਰ ਸਟਾਰਟਡ ਐਜ਼ ਅ ਹਿਊਜ ਡਿਵਾਈਸ which took a large area for its installment. Mechanism was very complicated. Still, then with time, those huge machines were converted into smaller version
ਟਾਈਮ ਦੇ ਨਾਲ ਕਹਿੰਦੇ ਉਹ ਵੱਡੀਆਂ ਮਸ਼ੀਨਸ ਨੂੰ ਛੋਟਾ ਕਰਦੇ ਗਏ, ਆਪਣੀ ਜ਼ਰੂਰਤ ਦੇ ਮੁਤਾਬਿਕ ਉਹਨਾਂ 'ਚ ਤਬਦੀਲੀਆਂ ਲਿਆਉਂਦੇ ਗਏ। ਸੋ ਮੋਨੀਟਰਸ ਤੋਂ ਸਟਾਰਟ ਹੋਇਆ, ਫਿਰ ਲੈਪਟਾਪਸ ਆਏ, ਈਵਨ ਹੁਣ ਤਾਂ ਇੰਨੇ ਹੈਂਡੀ ਡਿਵਾਈਸ ਆ ਗਏ ਟੈਬਲੇਟਸ ਦੀ ਫਾਰਮ 'ਚ। ਸੋ ਆਪਾਂ ਹੱਥ 'ਚ ਫੜ ਕੇ ਉਹਨਾਂ ਨੂੰ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਸੋ ਟੈਬਲੇਟਸ ਵੀ ਇੱਕ ਤਰ੍ਹਾਂ ਦੇ ਕੰਪਿਊਟਰ ਹੀ ਨੇ, ਉਹਨਾਂ ਵਿੱਚ ਵੀ ਸਾਰੇ ਫੰਕਸ਼ਨਸ ਹੁੰਦੇ ਨੇ। ਦੈਨ ਫਰਸਟ ਫੁੱਲੀ ਇਲੈਕਟ੍ਰੋਨਿਕ ਕੰਪਿਊਟਰ, ਜਿਹੜਾ ਪਹਿਲਾ ਫੁੱਲੀ ਇਲੈਕਟ੍ਰੋਨਿਕ ਸਟਾਰਟ ਹੋਇਆ ਸੀ 1930 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਤੇ 1930 ਤੋਂ ਬਾਅਦ ਕਹਿੰਦੇ ਇਹ ਜੀ ਐਵੋਲੂਸ਼ਨ, ਇਹ ਜੀ ਡਿਵੈਲਪਮੈਂਟ ਸ਼ੁਰੂ ਹੋਈ ਕਿ ਹੁਣ ਤੱਕ ਜਿਹੜੇ ਕੰਪਿਊਟਰ ਨੇ ਉਹ ਡਿਵੈਲਪ ਹੁੰਦੇ ਜਾ ਰਹੇ ਨੇ, ਉਹਨਾਂ 'ਚ ਨਵੀਆਂ ਤਕਨੀਕਾਂ ਆਉਂਦੀਆਂ ਜਾ ਰਹੀਆਂ ਨੇ। ਸੋ ਕਹਿੰਦੇ ਕੰਪਿਊਟਰ ਕੁਛ ਨਹੀਂ ਹੈ, ਇਹ ਐਡਵਾਂਸ ਵਰਜ਼ਨ ਨੇ ਅਬੈਕਸ ਦੇ, ਜਿਹੜਾ 5000 ਸਾਲ ਪਹਿਲਾਂ ਯੂਜ਼ ਕੀਤਾ ਜਾਂਦਾ ਸੀ। ਅਬੈਕਸ ਕੀ ਸੀ? ਇੱਕ ਇਹੋ ਜਿਹੀ ਮਸ਼ੀਨਰੀ ਸੀ ਜਿਹਨੂੰ ਬੇਸਿਕਲੀ ਕੈਲਕੂਲੇਸ਼ਨ ਦੇ ਲਈ ਵਰਤਦੇ ਸੀ, ਮੈਥਮੈਟਿਕ ਆਪਰੇਸ਼ਨ ਲਈ ਵਰਤਦੇ ਸੀ। ਸੋ ਅਬੈਕਸ ਨੂੰ ਹੀ ਉਹਦੇ 'ਚ ਹੋਰ ਫੰਕਸ਼ਨ ਨਵੇਂ ਪਾ ਕੇ ਐਕਸਪੈਰੀਮੈਂਟ ਕਰਕੇ ਉਹਨੂੰ ਹੁਣ ਪ੍ਰੈਜ਼ੈਂਟ ਕੰਪਿਊਟਰ ਦੀ ਇੱਕ ਸ਼ੇਪ ਦੇਤੀ। ਸੋ ਲੈਟਸ ਟਾਕ ਅਬਾਊਟ 5 ਜਨਰੇਸ਼ਨ ਆਫ ਕੰਪਿਊਟਰ। ਇਹ ਤਾਂ ਜਿਹੜੀ ਆਪਾਂ ਨੇ ਗੱਲ ਕੀਤੀ ਹੈ, ਇਹ ਸ਼ੁਰੂਆਤੀ ਦੌਰ ਦੀ ਗੱਲ ਕੀਤੀ ਹੈ। ਸੋ ਹੁਣ ਪ੍ਰੈਜ਼ੈਂਟਲੀ ਜਦੋਂ ਵੀ ਆਪਾਂ ਕੰਪਿਊਟਰ ਦੀ ਐਵੋਲੂਸ਼ਨ ਦੀ ਹਿਸਟਰੀ ਦੀ ਗੱਲ ਕਰਦੇ ਹਾਂ, ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਤਾਂ 5 ਜਨਰੇਸ਼ਨ ਦੇ ਕੰਪਿਊਟਰ ਆਪਾਂ ਪੜ੍ਹਦੇ ਹਾਂ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਫਰਸਟ ਜਨਰੇਸ਼ਨ ਕੰਪਿਊਟਰ ਤੋਂ। ਸੋ ਪਹਿਲਾ ਜਨਰੇਸ਼ਨ ਦਾ ਜਿਹੜਾ ਕੰਪਿਊਟਰ ਆਇਆ ਸਟਾਰਟਿੰਗ ਵਿੱਚ ਬਣਿਆ, ਉਹ ਸੀ ਵੈਕਿਊਮ ਟਿਊਬ। ਸੋ ਤੁਸੀਂ ਇਹ ਨਾਮ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਯਾਦ ਰੱਖਣਾ ਹੈ। ਸੋ 1940 ਤੋਂ 1956 ਦੇ ਵਿੱਚ ਜਿਹੜੇ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਸੀ, ਉਹਦਾ ਨਾਮ ਸੀ ਵੈਕਿਊਮ ਟਿਊਬ। ਤੇ ਜਿਹੜੇ ਇਹ ਕੰਪਿਊਟਰ ਸੀ, ਇਹ ਕੋਈ ਇਲੈਕਟ੍ਰੋਨਿਕ, ਕੋਈ ਕੰਪਿਊਟਰ ਲੈਂਗੁਏਜ ਦੇ ਉੱਤੇ ਕੰਮ ਨਹੀਂ ਸੀ ਕਰਦੇ। ਇਹ ਜਿਹੜੀ ਮਸ਼ੀਨੀ ਲੈਂਗੁਏਜ ਸੀਗੀ, ਉਹਦੇ ਉੱਤੇ ਹੀ ਪੂਰਾ ਰਿਲਾਈ ਕਰਕੇ ਕੰਮ ਕਰਦੇ ਸੀ। ਤੇ ਇਹਨਾਂ ਦੇ ਵਿੱਚ ਬਹੁਤ ਵੱਡੀਆਂ ਵੈਕਿਊਮ ਟਿਊਬਸ ਹੁੰਦੀਆਂ ਸੀ, ਜਿਹੜੀਆਂ ਕਿ ਮੈਮਰੀ ਨੂੰ ਸਟੋਰ ਕਰਕੇ ਰੱਖਦੀਆਂ ਸੀ। ਤੇ ਇਹਨਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਸੀ, ਆਲਮੋਸਟ ਇੱਕ ਪੂਰੇ ਕਮਰੇ ਜਿੱਡਾ ਸਾਈਜ਼ ਹੁੰਦਾ ਸੀ। ਤੇ ਹੁਣ ਆਪਾਂ ਇਹਨਾਂ ਦੇ ਕੁਝ ਇੰਪੋਰਟੈਂਟ ਫੀਚਰਸ ਦੇਖ ਲੈਂਦੇ ਹਾਂ। ਸੋ ਕਹਿੰਦੇ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਸੀ, ਰੇਟ ਪ੍ਰਾਈਸ ਬਹੁਤ ਜ਼ਿਆਦਾ ਸੀ, ਕਿਉਂਕਿ ਜਿੰਨਾ ਵੱਡਾ ਕੰਪਿਊਟਰ ਹੈ, ਜਿੰਨੀ ਉਹਨੇ ਜਗ੍ਹਾ ਆਕੂਪਾਈ ਕਰਨੀ ਹੈ, ਓਨੇ ਜ਼ਿਆਦਾ ਉਹਦੇ ਵਿੱਚ ਪਾਰਟਸ ਲੱਗੇ ਹੋਣਗੇ, ਮਸ਼ੀਨਰੀ ਲੱਗੀ ਹੋਊ। ਸੋ ਬਹੁਤ ਹਿਊਜ ਸੀ। ਪਰ ਕਹਿੰਦੇ ਦੇ ਵਰ ਨਾਟ ਕੇਪੇਬਲ ਆਫ ਮਲਟੀਟਾਸਕਿੰਗ। ਜਿੰਨੇ ਵੱਡੇ ਸੀ ਓਨਾ ਹੀ ਇਹਨਾਂ ਦਾ ਫਾਇਦਾ ਘੱਟ ਸੀ, ਮਲਟੀਟਾਸਕਿੰਗ ਬਿਲਕੁਲ ਨਹੀਂ ਸੀ, ਸਿਰਫ ਇੱਕ ਅੱਧੇ ਪਾਰਟਿਕੂਲਰ ਪਰਪਸ ਨੂੰ ਹੀ ਸੋਲਵ ਕਰਦੇ ਸੀਗੇ। ਸੋ ਕਹਿੰਦੇ ਕੋਈ ਮੋਨੀਟਰਸ ਦਾ ਯੂਜ਼ ਨਹੀਂ ਸੀਗਾ। ਜਿਹੜੀ ਇਲੈਕਟ੍ਰਿਸਿਟੀ ਕੰਜ਼ੰਪਸ਼ਨ ਸੀ, ਖਪਤ ਸੀ ਬਿਜਲੀ ਦੀ, ਉਹ ਬਹੁਤ ਜ਼ਿਆਦਾ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਰੇ ਨੈਗੇਟਿਵ ਪੁਆਇੰਟਸ ਨਿਕਲ ਕੇ ਆਉਂਦੇ ਨੇ ਫਰਸਟ ਜਨਰੇਸ਼ਨ ਕੰਪਿਊਟਰ ਦੇ। ਬਟ ਠੀਕ ਹੈ, ਜਦੋਂ ਕਿਸੇ ਚੀਜ਼ ਨੂੰ ਆਪਾਂ ਸਟਾਰਟ ਕਰਦੇ ਹਾਂ ਤਾਂ ਉਹਦੇ ਨੈਗੇਟਿਵ ਪੋਜ਼ਿਟਿਵ ਦੋਨੋਂ ਚੀਜ਼ਾਂ ਆਉਂਦੀਆਂ ਨੇ। ਸੋ ਇਹੀ ਜਿਹੜੀਆਂ ਨੈਗੇਟਿਵਿਟੀ ਸੀਗੀਆਂ, ਹੌਲੀ ਟਾਈਮ ਦੇ ਨਾਲ ਉਹ ਦੂਰ ਹੁੰਦੀਆਂ ਗਈਆਂ। ਤੇ ਹੁਣ ਅੱਜ ਦੇ ਆਪਣੇ ਪ੍ਰੈਜ਼ੈਂਟ ਕੰਪਿਊਟਰਸ ਕਿੰਨੇ ਜ਼ਿਆਦਾ ਵਧੀਆ ਨੇ, ਰੇਟ ਵੀ ਠੀਕ ਨੇ, ਹੈਂਡੀ ਵੀ ਨੇ, ਤੁਸੀਂ ਉਹਨਾਂ ਵਿੱਚੋਂ ਮਲਟੀਟਾਸਕਿੰਗ ਵੀ ਕਰ ਸਕਦੇ ਹੋ। ਸੋ ਇੰਪੋਰਟੈਂਟ ਚੀਜ਼ ਜਿਹੜੀ ਐਗਜ਼ਾਮ ਲਈ ਯਾਦ ਰੱਖਣੀ ਹੈ ਹਰ ਜਨਰੇਸ਼ਨ ਦੇ ਕੰਪਿਊਟਰ ਨੂੰ ਲੈ ਕੇ, ਉਹ ਹੈ ਐਗਜ਼ਾਮਪਲ ਕਿ ਫਰਸਟ ਜਨਰੇਸ਼ਨ ਦੇ ਅੰਦਰ ਕਿਹੜੇ ਕੰਪਿਊਟਰ ਆਉਂਦੇ ਨੇ। ਸੋ ਹੁਣ ਆਪਾਂ ਦੇਖ ਲੈਂਦੇ ਹਾਂ। ਪਹਿਲਾਂ ਇਹਦੇ ਵਿੱਚ ਆਉਂਦਾ ਐਨੀਐਕ। ਇਹਨਾਂ ਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਲੈਕਟ੍ਰੋਨਿਕ ਨਿਊਮੈਰਿਕ ਇੰਟੀਗ੍ਰੇਟਡ ਐਂਡ ਕੰਪਿਊਟਰ। ਫਿਰ ਆਉਂਦਾ ਯੂਨੀਵੈਕ, ਯੂਨੀਵਰਸਲ ਆਟੋਮੈਟਿਕ ਕੰਪਿਊਟਰ। EDSAC, ਇਲੈਕਟ੍ਰੋਨਿਕ ਡੀਲੇ ਸਟੋਰੇਜ ਆਟੋਮੈਟਿਕ ਕੰਪਿਊਟਰ। EDVAC, ਇਲੈਕਟ੍ਰੋਨਿਕ ਡਿਸਕ੍ਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ। ਸੋ ਇਹ 3-4 ਐਗਜ਼ਾਮਪਲਸ ਆਉਂਦੀਆਂ ਨੇ ਜੋ ਕਿ ਫਰਸਟ ਜਨਰੇਸ਼ਨ ਵੈਕਿਊਮ ਟਿਊਬ ਵਾਲੇ ਕੰਪਿਊਟਰ ਦੀਆਂ ਨੇ। ਸੋ ਸੈਕਿੰਡ ਜਨਰੇਸ਼ਨ ਦੇ ਜਿਹੜੇ ਕੰਪਿਊਟਰ ਸੀ 1956 ਤੋਂ 1963 ਤੱਕ ਆਏ। ਇਹਨਾਂ ਨੂੰ ਆਪਾਂ ਟ੍ਰਾਂਜ਼ਿਸਟਰਸ ਵੀ ਕਹਿੰਦੇ ਆ, ਕਿਉਂਕਿ ਇਹਨਾਂ ਦੇ ਵਿੱਚ ਟ੍ਰਾਂਜ਼ਿਸਟਰ ਦੀ ਵਰਤੋਂ ਕੀਤੀ ਜਾਂਦੀ ਸੀ। ਜਿਵੇਂ ਫਰਸਟ ਜਨਰੇਸ਼ਨ ਦੇ ਕੰਪਿਊਟਰ 'ਚ ਵੈਕਿਊਮ ਟਿਊਬ ਦੀ ਵਰਤੋਂ ਕੀਤੀ ਸੀ, ਉਸੇ ਤਰ੍ਹਾਂ ਇਹਨਾਂ ਦੇ ਵਿੱਚ ਹੁਣ ਟ੍ਰਾਂਜ਼ਿਸਟਰ ਆ ਗਏ ਸੀ। ਤੇ ਜਿਹੜਾ ਟ੍ਰਾਂਜ਼ਿਸਟਰ ਸੀ ਉਹ ਕੰਪਿਊਟਰ ਦੀ ਜੋ ਵੀ ਸਪੀਡ ਹੁੰਦੀ ਸੀ ਉਹਨੂੰ ਡਿਸਾਈਡ ਕਰਦਾ ਸੀ। ਸੋ ਜਿੰਨੀ ਸਪੀਡ ਦਾ ਟ੍ਰਾਂਜ਼ਿਸਟਰ ਪਾਇਆ ਜਾਂਦਾ ਸੀ, ਅੰਦਰਲੀ ਮਸ਼ੀਨਰੀ ਪਾਈ ਜਾਂਦੀ ਸੀ, ਇੰਜਨ ਹੁੰਦਾ ਸੀ, ਓਨੀ ਹੀ ਸਪੀਡ ਨਾਲ ਉਹ ਕੰਪਿਊਟਰ ਕੰਮ ਕਰਦਾ ਸੀ। ਪਹਿਲੀ ਜਨਰੇਸ਼ਨ ਦੇ ਕੰਪਿਊਟਰ ਨਾਲੋਂ ਇਹ ਥੋੜਾ ਘੱਟ ਐਕਸਪੈਂਸਿਵ ਸੀ, ਮਹਿੰਗਾ ਘੱਟ ਸੀ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹਦੇ ਆਊਟਪੁੱਟ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ। ਜਿਵੇਂ ਪਹਿਲੀ ਜਨਰੇਸ਼ਨ ਦਾ ਕੰਪਿਊਟਰ, ਉਹਦਾ ਕੰਮ ਹੁੰਦਾ ਸੀ ਸਿਰਫ ਪ੍ਰਿੰਟ ਕਰਨਾ,
ਉਸੇ ਤਰ੍ਹਾਂ ਜਿਹੜਾ ਇਹ ਦੂਜਾ ਕੰਪਿਊਟਰ ਆਇਆ ਇਹਨੂੰ ਵੀ ਕੋਈ ਜ਼ਿਆਦਾ ਇੰਪੋਰਟੈਂਟ ਕੰਮ ਦੇ ਲਈ ਵਰਤਿਆ ਨਹੀਂ ਸੀ ਜਾਂਦਾ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜੀ ਮਸ਼ੀਨ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਉਹਨੂੰ ਬਦਲ ਕੇ ਹੁਣ ਅਸੈਂਬਲੀ ਲੈਂਗੁਏਜ ਆ ਗਈ। ਸੋ ਤੁਸੀਂ ਨਾਲ ਇਹਨਾਂ ਲੈਂਗੁਏਜਸ ਦੀ ਟ੍ਰਾਂਜੀਸ਼ਨ ਵੀ ਯਾਦ ਰੱਖਦੇ ਜਾਣਾ ਕਿ ਫਰਸਟ ਜਨਰੇਸ਼ਨ ਦੇ ਕੰਪਿਊਟਰ 'ਚ ਮਸ਼ੀਨ ਲੈਂਗੁਏਜ ਸੀ, ਹੁਣ ਆ ਗਈ ਅਸੈਂਬਲੀ ਲੈਂਗੁਏਜ। ਕਹਿੰਦੇ ਹੁਣ ਜਿਹੜੀ ਅਸੈਂਬਲੀ ਲੈਂਗੁਏਜ ਸੀ, ਜਿਹੜੇ ਇਹਦੇ ਅੰਦਰ ਕੰਪਿਊਟਰ ਸੀ ਉਹ ਥੋੜੀ ਬਹੁਤ ਕੰਪਿਊਟਰ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਸੀ। ਨਾਓ ਕੰਪਿਊਟਰਸ ਕੁਡ ਅੰਡਰਸਟੂਡ ਦ ਵਰਡਸ। ਸੋ ਦੋ ਇੰਪੋਰਟੈਂਟ ਡਿਵੈਲਪਮੈਂਟ ਜਿਹੜੀਆਂ ਇਸ ਟਾਈਮ ਹੋਈਆਂ ਉਹ ਸੀਗੀਆਂ, ਪਹਿਲੀ ਮੇਨ ਦੋ ਕੰਪਿਊਟਰ ਦੀਆਂ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜਸ ਨੇ ਜਿਹੜੀਆਂ ਉਹਨਾਂ ਦੀ ਡਿਵੈਲਪਮੈਂਟ ਹੋਈ। ਸੋ ਇੱਕ ਸੀ ਫੋਰਟਰਨ, ਦੂਜੀ ਸੀ ਕੋਬੋਲ। ਕੋਬੋਲ ਦੀ ਪੂਰੀ ਫੁੱਲ ਫਾਰਮ ਐਬਰੀਵੀਏਸ਼ਨ 5-6 ਵਾਰੀ ਐਗਜ਼ਾਮਸ ਦੇ ਵਿੱਚ ਆ ਚੁੱਕੀ ਹੈ। ਸੋ ਇਹਨਾਂ ਲੈਂਗੁਏਜਸ ਦੀ ਜਿਹੜੀਆਂ ਇਸ ਟਾਈਮ ਦੇ ਵਿੱਚ ਜਦੋਂ ਦੂਜੀ ਜਨਰੇਸ਼ਨ ਦੇ ਕੰਪਿਊਟਰ ਆਏ, ਇਹ ਦੋ ਲੈਂਗੁਏਜਸ ਜਦੋਂ ਡਿਵੈਲਪ ਹੋਈਆਂ, ਇਹਨਾਂ ਲੈਂਗੁਏਜ ਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਫੋਰਟਰਨ ਦਾ ਮਤਲਬ ਹੈ ਫਾਰਮੂਲਾ ਟ੍ਰਾਂਸਲੇਸ਼ਨ, ਕੋਬੋਲ ਦਾ ਮਤਲਬ ਹੈ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ, ਜਿਹੜੀਆਂ ਬਿਜ਼ਨਸ ਪਰਪਸ ਦੇ ਲਈ ਕਮਰਸ ਪਰਪਸ ਦੇ ਲਈ ਡਿਵੈਲਪ ਕੀਤੀਆਂ ਗਈਆਂ ਸੀ ਇਸ ਟਾਈਮ ਪੀਰੀਅਡ ਦੇ ਅੰਦਰ। ਸੋ ਦੈਨ ਜਿਹੜੇ ਥਰਡ ਜਨਰੇਸ਼ਨ ਦੇ ਕੰਪਿਊਟਰ ਆਏ, ਹੁਣ ਇਹਨਾਂ ਦੇ ਵਿੱਚ ਟ੍ਰਾਂਜ਼ਿਸਟਰ ਦੀ ਬਜਾਏ ਇੰਟੀਗ੍ਰੇਟਡ ਸਰਕਟ ਆਉਣ ਲੱਗ ਗਏ। ਇੰਪੋਰਟੈਂਟ ਚੀਜ਼ ਕਿ ਇਹੀ ਸਮਾਂ ਸੀ ਜਦੋਂ ਅਸਲੀ ਮੋਨੀਟਰ ਕੀਬੋਰਡ ਯੂਜ਼ ਕਰਨ ਲੱਗ ਗਏ ਕੰਪਿਊਟਰਸ ਦੇ ਵਿੱਚ। ਸੋ ਦ ਫੇਜ਼ ਵੈਨ ਦ ਯੂਸੇਜ ਆਫ ਕੰਪਿਊਟਰ ਮੋਨੀਟਰਸ keyboards had started for the input output। ਸੋ ਇਹ ਟਾਈਮ ਪੀਰੀਅਡ ਸੀ 1964 ਤੋਂ 1971 ਦਾ। ਜਿਹੜੇ ਟ੍ਰਾਂਜ਼ਿਸਟਰ ਸੀ, ਜਿਹੜੇ ਪਹਿਲਾਂ ਵਰਤੇ ਜਾਂਦੇ ਸੀ, ਉਹਨਾਂ ਦਾ ਸਾਈਜ਼ ਘਟਾਤਾ, ਹੁਣ ਸਿਲੀਕਨ ਚਿਪਸ ਦੀ ਵਰਤੋਂ ਹੋਣ ਲੱਗ ਗਈ। ਸੋ 1 ਬਾਏ 1 ਤੁਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਦੇ ਨਾਲ ਯਾਦ ਰੱਖਣਾ ਹੈ ਵੀ ਕਿਹੜੀ ਜਨਰੇਸ਼ਨ ਦੇ ਕੰਪਿਊਟਰ 'ਚ ਕਿਹੜੀਆਂ ਚੀਜ਼ਾਂ ਨੂੰ ਰਿਪਲੇਸ ਕਰਕੇ ਨਵੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਹੋਣ ਲੱਗ ਗਈ। ਸੋ ਹੁਣ ਜਿਹੜੀ ਸਪੀਡ ਸੀ, ਜਿਹੜੀ ਸਪੀਡ ਦੇ ਨਾਲ ਕੰਪਿਊਟਰ ਕੰਮ ਕਰਦਾ ਸੀ, ਉਹ ਹੋਰ ਫਾਸਟ ਹੋ ਗਈ। ਜਿਹੜੇ ਇੰਟੀਗ੍ਰੇਟਡ ਸਰਕਟ ਸੀ, ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਫੀਸ਼ੀਐਂਟਲੀ ਕੰਮ ਕਰਦੇ ਸੀ। ਹੁਣ ਮਲਟੀਟਾਸਕਿੰਗ ਹੋਣ ਲੱਗ ਗਈ ਸੀ। ਜਿਹੜੇ ਕੰਪਿਊਟਰ ਦਾ ਕੰਮ ਸੀ ਉਹ ਸਾਰਾ ਦਾ ਸਾਰਾ ਮੋਨੀਟਰ ਦੀ ਮੈਮਰੀ ਦੇ ਵਿੱਚ ਸਟੋਰ ਹੋ ਜਾਂਦਾ ਸੀ, ਉਹਦੇ ਉੱਤੇ ਹੀ ਬੇਸਡ ਹੁੰਦਾ ਸੀ। ਸੋ ਥਰਡ ਜਨਰੇਸ਼ਨ ਕੰਪਿਊਟਰ ਦੀਆਂ ਐਗਜ਼ਾਮਪਲਸ ਬਹੁਤ ਇੰਪੋਰਟੈਂਟ ਹੈ। PDP-8, IBM 360, ICL 2900। ਸੋ ਇਹ ਇੰਪੋਰਟੈਂਟ ਕੁਝ ਐਗਜ਼ਾਮਪਲਸ ਯਾਦ ਰੱਖਣੀਆਂ ਨੇ। ਦੈਨ ਫੋਰਥ ਇਜ਼ ਮਾਈਕਰੋ ਪ੍ਰੋਸੈਸਰਸ। ਸੋ ਜਿਹੜਾ ਹੁਣ ਇਹ ਵਾਲਾ ਸਮਾਂ ਆ ਗਿਆ ਸੀ, ਹੁਣ ਮਾਈਕਰੋ ਪ੍ਰੋਸੈਸਰਸ ਦੀ ਵਰਤੋਂ ਹੋਣ ਲੱਗ ਗਈ ਸੀ ਇੰਟੀਗ੍ਰੇਟਡ ਸਰਕਟਸ ਦੇ ਨਾਲ। ਸੋ 1972 ਤੋਂ 2010 ਦਾ ਸਮਾਂ ਇਹ ਬਹੁਤ ਇੰਪੋਰਟੈਂਟ ਟਾਈਮ ਪੀਰੀਅਡ ਹੈ, ਕਿਉਂਕਿ ਜਿੰਨੀਆਂ ਟੈਕਨੋਲੋਜੀ ਦੇ ਵਿੱਚ ਮੇਜਰ ਡਿਵੈਲਪਮੈਂਟ ਆਈਆਂ, ਇੱਕਦਮ ਪੁਰਾਣੇ ਜ਼ਮਾਨੇ ਦੀ ਜਿਹੜੀ ਤਕਨੀਕ ਸੀ ਉਹ ਬਦਲ ਕੇ ਨਵੀਂ ਆ ਗਈ, ਮਾਡਰਨ ਆ ਗਈ। ਸੋ ਇਸੇ ਫੋਰਥ ਜਨਰੇਸ਼ਨ ਵਾਲਾ ਜਿਹੜਾ ਫੇਜ਼ ਸੀ, ਟਾਈਮ ਪੀਰੀਅਡ ਸੀ, ਇਹਦੇ ਵਿੱਚ ਹੀ ਆਇਆ। ਸੋ ਉਸ ਤੋਂ ਬਾਅਦ ਕਹਿੰਦੇ ਮੇਨ ਫੀਚਰਸ ਇਹ ਨੇ ਕਿ ਪਹਿਲਾ ਮਾਈਕਰੋ ਪ੍ਰੋਸੈਸਰ ਇੰਟੈਲ 4004 ਨਾਮ ਦੀ ਜਿਹੜੀ ਚਿਪ ਹੈ ਉਹ ਇਸ ਟਾਈਮ ਪੀਰੀਅਡ ਦੇ ਵਿੱਚ ਡਿਸਕਵਰ ਕੀਤੀ ਗਈ। ਸੋ ਉਹਦੇ ਜਿਹੜੇ ਇਨਵੈਂਟਰ ਨੇ ਉਹਨਾਂ ਦਾ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। 5-6 ਵਾਰੀ ਆਲਰੇਡੀ ਐਗਜ਼ਾਮਸ ਵਿੱਚ ਮੈਂ ਦੇਖ ਚੁੱਕੀ ਹੈ ਕੁਐਸਚਨ that who discovered Intel 4004 chip used in fourth generation computer। ਸੋ ਇਹਨੂੰ ਡਿਸਕਵਰ ਕੀਤਾ ਟੈਡ ਹੌਫ ਨੇ, ਤੇ ਇਹ ਮਾਰਕੀਟ ਦੇ ਵਿੱਚ ਜਦੋਂ ਕਮਰਸ਼ੀਅਲੀ ਅਵੇਲੇਬਲ ਹੋਈ ਉਹ ਹੋਈ 1971 ਚ। ਸੋ ਇਹ ਈਅਰ, ਨਾਮ, ਪਹਿਲਾ ਮਾਈਕਰੋ ਪ੍ਰੋਸੈਸਰ ਕਿਹੜਾ ਸੀ, ਕਿਹਨੇ ਡਿਸਕਵਰ ਕੀਤਾ, ਤੇ ਬੇਸਿਕਲੀ ਇਹਦੀ ਵਰਤੋਂ ਕੀਤੀ ਜਾਣ ਲੱਗ ਗਈ ਪਰਸਨਲ ਕੰਪਿਊਟਰਸ ਦੇ ਵਿੱਚ। ਸੋ ਇਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਫਿਰ ਕਹਿੰਦੇ ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ, ਆਪਾਂ ਨੇ ਕਮਾਂਡ ਯੂਜ਼ਰ ਪੜ੍ਹਿਆ ਸੀ, ਇੱਕ ਗ੍ਰਾਫਿਕਲ ਪੜ੍ਹਿਆ। ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਸੀਗਾ ਉਹ ਵੀ ਇਸੇ ਟਾਈਮ ਪੀਰੀਅਡ ਦੇ ਵਿੱਚ ਹੀ ਡਿਵੈਲਪ ਹੋਇਆ। ਸੋ ਜਿਹੜੇ ਇਹ ਕੰਪਿਊਟਰ ਸੀ ਇਹਨਾਂ ਦੇ ਵਿੱਚ ਕਿਹੜੇ ਆਉਂਦੇ ਨੇ, Apple II, the first IBM computer, Star 1000 and many more। ਸੋ ਇਹ ਨੇਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। Then came fifth generation, artificial intelligence। ਸਭ ਤੋਂ ਜ਼ਿਆਦਾ ਟੈਕਨੋਲੋਜੀਕਲੀ ਐਡਵਾਂਸ, ਜੋ ਥੋੜੇ ਸੈਕਿੰਡਸ ਦੇ ਵਿੱਚ ਸਾਰੀ ਪ੍ਰੋਸੈਸਿੰਗ ਕਰ ਦਿੰਦੇ ਨੇ, ਵੈਰੀ ਹਾਈ ਸਪੀਡ। ਸੋ ਇਹ ਜਿਹੜੇ ਕੰਪਿਊਟਰ ਨੇ ਇਹ ਉਹ ਨੇ ਜਿਹੜੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਵਰਤ ਰਹੇ ਹਾਂ। ਸੋ ਕਰੰਟ ਜਨਰੇਸ਼ਨ ਆਫ ਕੰਪਿਊਟਰ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਬੇਸ ਨੇ, ਬਹੁਤ ਹੀ ਜ਼ਿਆਦਾ ਹਾਈ ਲੈਵਲ ਦੀ ਟੈਕਨੋਲੋਜੀ ਹੈ।
ਸੋ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਹੈ, ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਸੈਕਿੰਡਸ ਦੇ ਵਿੱਚ ਹੀ ਸਾਰਾ ਕੰਮ ਹੋ ਜਾਂਦਾ ਹੈ। ਤੁਸੀਂ ਹੁਣ ਆਪਣਾ ਲੈਪਟਾਪ ਖੋਲਦੇ ਹੋ, ਉਹਦੇ ਤੇ ਜਸਟ ਤੁਹਾਨੂੰ ਕੁਝ ਕਮਾਂਡ ਦੇਣ ਦੀ ਜ਼ਰੂਰਤ ਹੈ, ਛੋਟਾ ਜਿਹਾ ਵਰਡ ਟਾਈਪ ਕਰਨ ਦੀ ਜ਼ਰੂਰਤ ਹੈ, ਨਾਲ ਦੀ ਨਾਲ ਸਾਰੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਆ ਜਾਂਦੀ ਹੈ, ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ। ਨੈਟਵਰਕ ਕਨੈਕਟੀਵਿਟੀ ਹੋ ਗਈ, ਕੋਈ ਇਨਪੁਟ ਆਊਟਪੁੱਟ ਹੋ ਗਿਆ, ਹਰ ਤਰ੍ਹਾਂ ਦੀ ਫੈਸਿਲਿਟੀ ਬਹੁਤ ਹੀ ਈਜ਼ੀਲੀ ਐਫੀਸ਼ੀਐਂਟਲੀ ਤੁਸੀਂ ਇੰਜੋਏ ਕਰ ਪਾਉਂਦੇ ਹੋ। ਜਿੰਨੇ ਵੀ ਰੋਬੋਟਿਕ ਡਿਵਾਈਸ ਨੇ ਸਾਰੇ ਦੇ ਸਾਰੇ ਇਸੇ ਟੈਕਨੀਕ ਨੂੰ ਯੂਜ਼ ਕਰਕੇ ਕੰਮ ਕਰ ਰਹੇ ਨੇ। ਸੋ ਇਹਦੇ ਮੇਨ ਫਾਇਦੇ ਕੀ ਨੇ? ਪਹਿਲੀ ਚੀਜ਼ ਕਾਸਟ ਇਫੈਕਟਿਵ ਹੈ, ਜ਼ਿਆਦਾ ਫਾਸਟ ਹੈ, ਬਿਜਲੀ ਦੀ ਖਪਤ ਬਹੁਤ ਘੱਟ ਹੈ, ਕੰਜ਼ਿਊਮ ਲੈਸਰ ਇਲੈਕਟ੍ਰਿਸਿਟੀ, ਪੋਰਟੇਬਲ ਹੈ, ਤੁਸੀਂ ਇਹਨੂੰ ਕਿਤੇ ਵੀ ਲਿਜਾ ਸਕਦੇ ਹੋ, ਲੈਪਟਾਪ ਨੂੰ, ਆਪਣੇ ਟੈਬਲੇਟਸ ਨੂੰ ਕਿਤੇ ਵੀ ਲੈ ਕੇ ਜਾਓ, ਕਿਤੇ ਵੀ ਬੈਠ ਕੇ ਕੰਮ ਕਰ ਲਓ, ਬਹੁਤ ਕਨਵੀਨੀਅੰਟ ਹੈ, ਬਹੁਤ ਸੌਖਾ ਹੈ, ਥੋੜੀ ਜਿਹੀ ਜਗ੍ਹਾ ਦੇ ਵਿੱਚ ਇਹਦੀ ਆਕੂਪੈਂਸੀ ਹੈ। ਸੋ ਜਿਵੇਂ ਪੁਰਾਣੇ ਤੁਸੀਂ ਹੁਣ ਖੁਦ ਦੇਖ ਸਕਦੇ ਹੋ ਕਿ ਇੱਕ ਕਮਰੇ ਜਿੱਡਾ ਕੰਪਿਊਟਰ ਤੇ ਇੱਕ ਤੁਹਾਡਾ ਹੈਂਡੀ, ਤੁਹਾਡੇ ਹੱਥ 'ਚ ਫੜਨ ਵਾਲਾ ਡਿਵਾਈਸ, ਕਿਹੜੀ ਚੀਜ਼ ਜ਼ਿਆਦਾ ਤੁਹਾਡੇ ਲਈ ਸੂਟੇਬਲ ਹੋਊਗੀ? ਸੋ ਇਹੀ ਹੈ ਟੈਕਨੋਲੋਜੀ। ਟੈਕਨੋਲੋਜੀ ਨੇ ਚੀਜ਼ਾਂ ਨੂੰ ਕਿੱਥੋਂ ਤੋਂ ਕਿੱਥੇ ਲਿਆ ਕੇ ਖੜਾ ਕਰਤਾ। ਸੋ ਨੈਕਸਟ ਇਜ਼ ਟਾਈਪਸ ਆਫ ਕੰਪਿਊਟਰ। ਜਿਹੜੇ ਆਪਾਂ 5th ਜਨਰੇਸ਼ਨ ਦੇ ਕੰਪਿਊਟਰਸ ਦੀ ਗੱਲ ਕਰ ਰਹੇ ਹਾਂ, ਜੋ ਆਪਾਂ ਕਰੰਟਲੀ ਇਸ ਟਾਈਮ ਵਰਤੋਂ ਕਰ ਰਹੇ ਹਾਂ, ਉਹ ਕੰਪਿਊਟਰ 4 ਕੈਟੇਗਰੀਜ਼ ਡਿਵਾਈਡਡ ਨੇ। ਪਹਿਲਾ ਹੈ ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਬਹੁਤ ਹੀ ਜ਼ਿਆਦਾ ਪੇਚੀਦਾ ਕੰਪਲਿਕੇਟਿਡ ਕੰਮ ਹੋਣ, ਜਿੱਥੇ ਬਹੁਤ ਟੈਕਨੀਕਲ ਸਾਇੰਟੀਫਿਕ ਇੰਜੀਨੀਅਰਿੰਗ ਕੰਮ ਹੋਵੇ। ਸੋ ਬੇਸਿਕਲੀ ਜਿਵੇਂ ਨਾਸਾ ਯੂਜ਼ ਕਰਦਾ ਸਪੇਸ ਸ਼ਟਲ ਵਗੈਰਾ ਨੂੰ ਲਾਂਚ ਕਰਨ ਦੇ ਲਈ, ਉੱਥੇ ਸੁਪਰ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। So the computers which are used to process a huge amount of data are called supercomputer। Mostly ਇਹ scientific ਤੇ engineering ਕੰਮ ਕਰਨ 'ਚ help ਕਰਦੇ ਨੇ, ਬਹੁਤ ਮਹਿੰਗੇ ਕੰਪਿਊਟਰ ਨੇ ਤੇ complicated technical tough ਕੰਮ ਕਰਨ ਦੇ ਵਿੱਚ help ਕਰਦੇ ਨੇ। Next ਹੈ ਮੇਨ ਫਰੇਮ ਕੰਪਿਊਟਰ। ਜਿਹੜਾ ਮੇਨ ਫਰੇਮ ਕੰਪਿਊਟਰ ਹੈ, ਇਹ ਡਿਜ਼ਾਈਨ ਕੀਤਾ ਜਾਂਦਾ ਹੈ ਵੱਡੀਆਂ ਵੱਡੀਆਂ ਆਰਗੇਨਾਈਜੇਸ਼ਨ, ਫਰਮਸ, ਕੰਪਨੀਜ਼ ਦੇ ਵਿੱਚ, ਜਿੱਥੇ ਬਹੁਤ ਸਾਰੇ ਲੋਕਾਂ ਨੇ ਸੇਮ ਡੇਟਾਬੇਸ ਉੱਤੇ ਕੰਮ ਕਰਨਾ ਹੈ, ਉੱਥੇ ਇੱਕ ਮੇਨ ਫਰੇਮ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿੰਦੇ ਇਹ ਸੁਪਰ ਕੰਪਿਊਟਰ ਜਿੰਨੇ ਹੀ ਮਹਿੰਗੇ ਹੁੰਦੇ ਨੇ ਤੇ ਇਹ ਬਹੁਤ ਜ਼ਿਆਦਾ ਫਾਸਟ ਵਰਕਿੰਗ ਵਾਲੇ ਕੰਪਿਊਟਰ ਨੇ, ਮੋਸਟਲੀ ਇਹ ਬੈਂਕਾਂ ਵਗੈਰਾ 'ਚ ਵਰਤੇ ਜਾਂਦੇ ਨੇ। ਸੋ ਆਪਾਂ ਨੇ ਉਰੇ ਮੇਨ ਚੀਜ਼ ਇਹ ਯਾਦ ਰੱਖਣੀ ਹੈ ਵੀ ਕਿਹੜਾ ਕੰਪਿਊਟਰ ਕਿਹੜੇ ਏਰੀਆ ਦੇ ਲਈ ਬਣਿਆ। ਜਿਵੇਂ ਸੁਪਰ ਕੰਪਿਊਟਰ ਸਾਇੰਟੀਫਿਕ ਕੰਮ ਲਈ, ਮੇਨ ਫਰੇਮ ਕੰਪਿਊਟਰ ਮੋਸਟਲੀ ਬਿਗ ਆਰਗੇਨਾਈਜੇਸ਼ਨ, ਬੈਂਕ ਵਗੈਰਾ ਲਈ। Then on the workstation, usually ਕਹਿੰਦੇ ਸਿੰਗਲ ਯੂਜ਼ਰ ਸਿਸਟਮ ਹੈ, ਜਿਹੜੀ ਦੀ RAM ਹੈ ਉਹ ਬਹੁਤ ਜ਼ਿਆਦਾ ਫਾਸਟ ਹੈ ਤੇ ਇਹਨੂੰ ਇੰਡੀਵਿਜੂਅਲ ਇੱਕ ਇਨਸਾਨ ਹੀ ਯੂਜ਼ ਕਰਦਾ, ਪਰ ਬਹੁਤ ਜ਼ਿਆਦਾ ਇੱਕ ਟਾਈਮ ਤੇ ਮਲਟੀਪਲ ਪਰਪਸ ਕੰਮ ਕਰ ਸਕਦਾ ਹੈ ਇੱਕ ਇੰਡੀਵਿਜੂਅਲ ਵਰਕਸਟੇਸ਼ਨ ਕੰਪਿਊਟਰ ਦੀ ਮਦਦ ਦੇ ਨਾਲ। ਸੋ ਲਾਸਟ ਵਿੱਚ ਆਉਂਦਾ ਮਾਈਕਰੋ ਕੰਪਿਊਟਰ। ਇਹ ਜਿਹੜਾ ਆਪਾਂ ਲੈਪਟਾਪ ਕੰਪਿਊਟਰ ਸਟੂਡੈਂਟਸ ਜਾਂ ਆਪਾਂ ਕੋਈ ਵੀ ਨਾਰਮਲ ਆਮ ਇਨਸਾਨ ਜਿਹੜੇ ਯੂਜ਼ ਕਰਦੇ ਆ ਪਰਸਨਲ ਕੰਪਿਊਟਰ, ਉਹ ਚੀਜ਼ ਹੈ ਮਾਈਕਰੋ ਕੰਪਿਊਟਰ। ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਪਾਂ ਲੈ ਕੇ ਜਾ ਸਕਦੇ ਹਾਂ। ਇਹਨਾਂ ਦੀ ਜਿਹੜੀ ਸਟੋਰੇਜ ਕਪੈਸਿਟੀ ਹੈ, ਇਨਪੁਟ ਆਊਟਪੁੱਟ ਹੈ, ਤੇ ਇੱਕ CPU ਹੁੰਦਾ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਆਪਾਂ ਬ੍ਰੇਨ ਵੀ ਕਹਿੰਦੇ ਹਾਂ ਕੰਪਿਊਟਰ ਦਾ, ਉੱਥੇ ਸਾਰੀ ਦੀ ਸਾਰੀ ਇਨਫੋਰਮੇਸ਼ਨ, ਡੇਟਾ, ਮੈਮਰੀ ਸਭ ਕੁਝ ਸਟੋਰ ਹੁੰਦਾ ਹੈ। ਸੋ ਇਹਦੀਆਂ ਐਗਜ਼ਾਮਪਲਸ ਨੇ ਡੈਸਕਟਾਪ, ਲੈਪਟਾਪ, ਮੋਬਾਈਲ ਫੋਨ, ਟੈਬਲੇਟ। ਸੋ ਜੋ ਵੀ ਆਪਾਂ ਇਹ ਚੀਜ਼ਾਂ ਆਪ ਆਪਣੇ ਪਰਸਨਲ ਯੂਜ਼ ਦੇ ਲਈ ਵਰਤਦੇ ਹਾਂ, ਉਹ ਕੰਪਿਊਟਰ ਆਉਂਦੇ ਨੇ ਮਾਈਕਰੋ ਕੰਪਿਊਟਰ ਦੀ ਕੈਟੇਗਰੀ ਦੇ ਵਿੱਚ। Now let's quickly discuss what are the computer devices। ਸੋ ਇਹਨੂੰ ਆਪਾਂ 4 ਹੈਡਸ ਦੇ ਵਿੱਚ ਪੜਾਂਗੇ। ਪਹਿਲੀ ਚੀਜ਼ ਆਉਂਦੀ ਹੈ ਇਨਪੁਟ, ਫਿਰ ਆਉਂਦੀ ਹੈ ਆਊਟਪੁੱਟ, ਸਟੋਰੇਜ ਤੇ ਪ੍ਰੋਸੈਸਿੰਗ। ਸੋ ਕਹਿੰਦੇ ਇਨਪੁਟ ਹੁੰਦਾ ਜਿਹੜੀਆਂ ਚੀਜ਼ਾਂ ਆਪਾਂ ਅੰਦਰ ਕੰਪਿਊਟਰ ਦੇ ਪਾਉਂਦੇ ਆ, ਜਿੱਥੇ ਆਪਣਾ ਸਾਰਾ ਜਿਹੜਾ ਸਮਾਨ ਹੈ ਉਹ ਕਿਸ ਚੀਜ਼ ਦੀ ਟੱਚ ਦੇ ਨਾਲ, ਕਿਹੜੀ ਚੀਜ਼ ਦੀ ਰਿਸਪੌਂਸ ਦੇ ਨਾਲ ਅੰਦਰ ਜਾਂਦਾ ਹੈ। ਆਊਟਪੁੱਟ ਹੈ ਜਿਹੜੀ ਆਪਾਂ ਨੇ ਚੀਜ਼ ਕਮਾਂਡ ਅੰਦਰ ਭੇਜੀ ਇਨਪੁੱਟ ਡਿਵਾਈਸਿਸ ਦੇ ਜ਼ਰੀਏ, ਉਹ ਆਪਣੇ ਕੋਲ ਜਦੋਂ ਬਾਹਰ ਪੂਰੀ ਜਿਹੜੀ ਰॉ ਇਨਫੋਰਮੇਸ਼ਨ ਸੀ ਉਹ ਫਾਈਨਲ ਰਿਜ਼ਲਟ ਜਦੋਂ ਬਦਲ ਕੇ ਆਉਂਦੀ ਹੈ, ਆਪਾਂ ਨੂੰ ਜੋ ਚੀਜ਼ ਚਾਹੀਦੀ ਹੈ, ਜੋ ਆਪਣੇ ਕੀਬੋਰਡ ਮਾਊਸ ਦੀ ਵਰਤੋਂ ਦੇ ਨਾਲ ਟਾਈਪ ਕਰਕੇ ਕੰਪਿਊਟਰ ਦੇ ਅੰਦਰ ਪਾਈ ਹੈ, ਉਹ ਬਾਹਰ ਜਿਹੜੀ ਇਨਫੋਰਮੇਸ਼ਨ ਨਿਕਲ ਕੇ ਆ ਰਹੀ ਹੈ ਉਹ ਆਊਟਪੁੱਟ ਡਿਵਾਈਸ 'ਚ ਆਉਂਦੀ ਹੈ। ਫਿਰ ਕਿੱਥੇ ਕਿੱਥੇ ਇਨਫੋਰਮੇਸ਼ਨ ਸਟੋਰ ਹੋ ਰਹੀ ਹੈ, ਸਟੋਰੇਜ ਡਿਵਾਈਸ। ਕਿਹੜੇ ਇਹੋ ਜਿਹੇ ਡਿਵਾਈਸ ਨੇ ਜਿਹੜੇ ਮਦਦ ਕਰਦੇ ਨੇ ਇਨਪੁੱਟ ਡਿਵਾਈਸ ਨੂੰ ਆਊਟਪੁੱਟ ਵਿੱਚ ਬਦਲਣ ਲਈ, ਪ੍ਰੋਸੈਸਿੰਗ ਕਿਹੜੇ ਡਿਵਾਈਸਿਸ 'ਚ ਹੁੰਦੀ ਹੈ। ਸੋ ਇਨਪੁੱਟ ਹੈ ਕੀਬੋਰਡ, ਮਾਊਸ, ਮਾਈਕਰੋਫੋਨ, ਟੱਚ ਸਕਰੀਨ, ਲਾਈਟ ਪੈਨ, ਵੈਬ ਕੈਮਰਾ। ਆਊਟਪੁੱਟ ਹੈ ਮੋਨੀਟਰ, ਪ੍ਰਿੰਟਰ, ਸਪੀਕਰ, CD, DVD।
स्टोरेज है फ्लैश मेमोरी, ऑप्टिकल डिस्क, लोकल ड्राइव, मैग्नेटिक टेप, मैग्नेटिक डिस्क। प्रोसेसिंग मदरबोर्ड, प्रोसेसर, रैंडम एक्सेस मेमोरी, रीड ओनली मेमोरी। इन्हां दी रैम ते रोम दी जिहड़ी पूरी एब्रीविएशन है, फुल फॉर्म है, ये एग्जाम च आउण दे 100% चांसेस ने। then last is switched mode power supply। सो तुसी जेडे ये डिवाइसेस ने इन्हां नू एज इट इज लर्न करना है भी इनपुट किहड़े ने, आउटपुट किहड़े ने, स्टोरेज, प्रोसैसिंग। क्योंकि पेपर दे विच जदों तुहानू बेसिक कंसैप्ट्स चों क्वेश्चन तैयार कीते जांदे ने तां क्वेश्चन एवें दे ही सीधे सीधे हुंदे ने कि इन्हां चों स्टोरेज डिवाइस किहड़ा है, या तुहानू पेपर च आ जाऊगा भी लोकल ड्राइव ये किहड़ी कैटेगरी च आउंदी है। सो तुहानू चारों ऑप्शंस दित्तियां होणगीਆਂ, तुसी उत्थे स्टोरेज डिवाइस नू टिक करके आओगे। ਹੁਣ ਆਪਾਂ ਦੇਖ ਲੈਂਦੇ ਹਾਂ ਕਿ ਇੱਕ ਕੰਪਿਊਟਰ ਦੇ ਫੰਕਸ਼ਨ ਕੀ ਨੇ। ਸਭ ਤੋਂ ਪਹਿਲੀ ਚੀਜ਼, ਜਿੰਨੀ ਮਰਜ਼ੀ ਵੱਡੀ ਕੈਲਕੂਲੇਸ਼ਨ ਹੋਵੇ ਕੰਪਿਊਟਰ ਸੈਕਿੰਡਸ 'ਚ ਕਰ ਸਕਦੀ ਹੈ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਇੱਕ ਅਬੈਕਸ 5000 ਸਾਲ ਪਹਿਲਾਂ ਕੈਲਕੂਲੇਸ਼ਨਸ ਮੈਥਮੈਟਿਕਸ ਲਈ ਵਰਤਿਆ ਜਾਂਦਾ ਸੀ, ਕੰਪਿਊਟਰ ਉਹਦੀ ਹੀ ਇੱਕ ਮੋਡੀਫਾਈਡ ਫਾਰਮ ਹੈ। ਮੇਨ ਜਿਹੜਾ ਪਰਪਸ ਜਿਹਦੇ ਲਈ ਕੰਪਿਊਟਰ ਤਿਆਰ ਕੀਤੇ ਗਏ ਉਹ ਸੀ ਵੱਡੀਆਂ ਵੱਡੀਆਂ ਲੈਂਦੀ ਕੈਲਕੂਲੇਸ਼ਨ ਕਰਨ ਦੇ ਲਈ। ਦੈਨ बहुत रीजनेबल रेट ते लोग खरीद सकते ने, यूज करने सौखे ने, मैनुअल लेबर इन्हें बहुत घटाती, सारा काम हुण कंप्यूटराइज आपां कर सकते हैं, घरे बैठे कर सकते हैं। ਇਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ, ਜਿੰਨੀ ਤੁਹਾਡੀ ਹਾਰਡ ਡਿਸਕ ਹੈ, ਜਿੰਨੀ ਤੁਹਾਡੇ ਕੰਪਿਊਟਰ ਦੇ ਅੰਦਰ ਸਟੋਰੇਜ ਕਪੈਸਿਟੀ ਹੈ, ਓਨੀ ਤੁਸੀਂ ਇਨਫੋਰਮੇਸ਼ਨ ਈਜ਼ੀਲੀ ਸਟੋਰ ਕਰ ਸਕਦੇ ਹੋ। ਬਾਕੀ ਕਹਿੰਦੇ ਇਹਦੇ ਵਿੱਚ ਕੋਈ ਵੀ ਕੁਐਸਚਨ ਇਹਦੀ ਐਕੂਰੇਸੀ ਉੱਤੇ ਖੜਾ ਨਹੀਂ ਹੁੰਦਾ। कंप्यूटर हमेशा जो इनपुट दे के आउटपुट रिजल्ट करता वो हमेशा करैक्टली ही आंदा। सो देयर कैन बी नो क्वेश्चन ओवर इट्स एक्यूरेसी। बाकी कंप्यूटर के जिहड़े डिवाइसेस ने उन्हां नूं आपां दो ब्रॉड कैटेगरीज डिवाइड करदे हां, हार्डवेयर एंड सॉफ्टवेयर। सो मैं ਇਹਦੇ ਬਾਰੇ अपने सब इंस्पैक्टर ਦੇ सिलेबस ਦੇ ਵਿੱਚ ਵੀ ਹੈ हार्डवेयर ਬਾਰੇ। सो ਇਹਨੂੰ ਲੈ ਕੇ मैं एक अलग ਤੋਂ पूरी वीडियो लेके आऊंगी। सो हजे तुसीं सिर्फ इन्ना क समझ लो कि कंप्यूटर डिवाइस ਜਿਹੜੇ ਆਪਣੇ ਪਹਿਲਾਂ ਜਿਵੇਂ ਚਾਰ ਪੜੇ ਨੇ, ਇਨਪੁਟ, ਆਊਟਪੁਟ, ਸਟੋਰੇਜ, ਪ੍ਰੋਸੈਸਿੰਗ, ਉਹਨੂੰ ਜੇ ਤੁਸੀਂ ਬ੍ਰੌਡਲੀ ਦੋ ਕੈਟੇਗਰੀਜ਼ ਡਿਵਾਈਡ ਕਰਨਾ ਹੈ ਤਾਂ ਉਹ ਹਾਰਡਵੇਅਰ ਤੇ ਸੌਫਟਵੇਅਰ ਇਹ ਦੋ ਕੈਟੇਗਰੀਜ਼ ਦੇ ਵਿੱਚ ਕੈਟੇਗਰਾਈਜ਼ ਹੁੰਦੇ ਨੇ। ਹੁਣ ਮੈਨੂੰ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟਸ ਆਉਂਦੇ ਰਹਿੰਦੇ ਨੇ ਕਿ ਸਾਨੂੰ ਟੌਪਿਕ ਦੇ ਨਾਲ MCQ ਵੀ ਦਿਆ ਕਰੋ। ਸੋ ਮੈਂ ਅੱਜ ਤੁਹਾਨੂੰ कुछ MCQs प्रोवाइड कर रही हाँ। तुसी वीडियो नू देखो, थ्योरी नू समझो, फिर अपनी नॉलेज नू नाल दी नाल एनालाइज करो कि थोनू ये टॉपिक याद हो गया, समझ आ गया। सो हुण आपां फटाफट अपने क्वेश्चंस देखते हैं। फर्स्ट इज विच ऑफ दीज इज नॉट एन एग्जाम्पल ऑफ फर्स्ट जनरेशन कंप्यूटर। इन्हां विचों फर्स्ट जनरेशन कंप्यूटर केड़ा नहीं है। सो इहदा राइट आंसर है PDP-8। PDP-8 आपां ने पढ़िया थर्ड जनरेशन कंप्यूटर दे अंदर। नैक्सट है इंटेल 4004 चिप किने इन्वेंट की। सो ਇਹਦਾ मेन इन्वेंटर है टेड हॉफ। नाल ਜਿਹੜੇ ਦੇ को इन्वेंटर्स ने मैं ਉਹਨਾਂ ਦੇ नेम भी ਤੁਹਾਨੂੰ प्रोवाइड करते, फेडरिको फैगिन, स्टैन मेजर। सो मेनली ਤੁਸੀਂ टेड हॉफ ਦਾ नाम याद रखना है। देन ਕਹਿੰਦੇ ਇਹਨਾਂ ਵਿੱਚੋਂ ਕਿਹੜੀ ਚੀਜ਼ ਮਾਈਕਰੋ ਕੰਪਿਊਟਰ ਦੀ एग्जाम्पल नहीं है। सो ਇਹਨਾਂ ਵਿੱਚੋਂ लैन माइक्रो कंप्यूटर ਦੀ एग्जाम्पल नहीं है। बाकी ये सारियां चारों कैटेगरीज दी चीज़ां माइक्रो कंप्यूटर ने। देन फोर्थ इज विच ऑफ दीज वाज इंट्रोड्यूस्ड। इन्हां विचों सैकेंड जनरेशन कंप्यूटर दे विच किहड़ी चीज़ इंट्रोड्यूस की गई। सो ओ सी ट्रांजिस्टर। वैक्यूम ट्यूब फर्स्ट विच आए, फिर अपने को इंटीग्रेटेड सर्किट आए, फिर आए माइक्रो प्रोसैसर, देन लास्ट अपनी 5th जनरेशन आए आर्टिफिशियल इंटैलीजेंस। देन लास्ट क्वेश्चन इज ਕਿਹੜਾ ਸਟੋਰੇਜ ਡਿਵਾਈਸ ਹੈ ਇਹਨਾਂ ਵਿੱਚੋਂ। ਮੈਂ ਤੁਹਾਨੂੰ ਇਹ ਪੜਾਉਂਦੇ ਹੋਏ ਦੱਸਤਾ ਸੀ ਕਿ ਪੇਪਰ 'ਚ ਤੁਹਾਨੂੰ ਕਿਵੇਂ ਦਾ ਕੁਐਸਚਨ ਆ ਸਕਦਾ ਹੈ। ਸੋ ਨੇਮ ਦਾ ਸਟੋਰੇਜ ਡਿਵਾਈਸ। ਸੋ ਮੈਗਨੇਟਿਕ ਡਿਸਕ ਇੱਕ ਸਟੋਰੇਜ ਡਿਵਾਈਸ ਹੈ। ਬਾਕੀ ਜਿਵੇਂ RAM ਹੋ ਗਈ, ਇਹ ਪ੍ਰੋਸੈਸਿੰਗ ਡਿਵਾਈਸ ਹੈ। SMPSP ਪ੍ਰੋਸੈਸਿੰਗ ਡਿਵਾਈਸ ਹੈ। ਮੋਨੀਟਰ CPU ਆਪਾਂ ਆਲਰੇਡੀ ਦੇਖ ਚੁੱਕੇ ਆ ਇਨਪੁਟ ਆਊਟਪੁਟ ਦੇ ਵਿੱਚ। ਸੋ ਸਟੋਰੇਜ ਹੁੰਦੀ ਹੈ ਮੈਗਨੇਟਿਕ ਡਿਸਕ ਵਿੱਚ। So as I have already promised to you guys in my English language skill video कि ਆਪਾਂ थोड़े जे हर वीडियो तो बाद vocabulary words देखा करांगे। सो ਇਹਦੇ ਨਾਲ ਕੀ ਹੈ एग्जाम तक ਤੁਹਾਡੇ टोटल 250-300 words ਤਿਆਰ ਹੋ ਜਾਣਗੇ। सो पहला word है purpose। purpose ਦਾ ਮਤਲਬ ਹੁੰਦਾ ਹੈ ਇਰਾਦਾ, ਕਿਸੇ ਕੰਮ ਕਰਨ ਨੂੰ, ਕਿਸੇ ਚੀਜ਼ ਦਾ ਇਰਾਦਾ। then impose ਦਾ ਮਤਲਬ ਹੈ ਕਿਸੇ ਉੱਤੇ ਕੋਈ ਗੱਲ ਜਾਂ ਕੋਈ ਚੀਜ਼ ਨੂੰ ਥੋਪਣਾ। literally ਸੱਚਮੁੱਚ, reliable ਭਰੋਸੇਮੰਦ, trustworthy।
ਰਿਵੈਂਜ ਕਿਸੇ ਤੋਂ ਬਦਲਾ ਲੈਣਾ। ਸਟਬਨ ਦਾ ਮਤਲਬ ਹੈ ਜੇ ਕੋਈ ਜ਼ਿੱਦੀ ਹੈ। ਸ਼ਰਕਰ ਜੇ ਕੋਈ ਕੰਮ ਨਹੀਂ ਕਰਦਾ, ਕੰਮਚੋਰ ਹੈ। ਮਾਈਜ਼ਰ ਦਾ ਮਤਲਬ ਹੈ ਕੰਜੂਸ। ਸੋ ਇਹ ਬਹੁਤ ਇੰਪੋਰਟੈਂਟ ਵੋਕੈਬਲਰੀ ਵਰਡਸ ਨੇ, ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। So this was all about our today's lecture related to fundamental of computer. I hope you liked the video, you understood all the concepts well. Please do like, share, comment and support to my channel Victor's Knowledge. Thank you and good luck.